परम सत्कारयोग साध संगत जी, रसना पवित्र करिए ते आखिए धन श्री सतगुरु जगजीत सिंह जी, धन श्री सतगुरु उदय सिंह जी। साध संगत जी, अज असी भगत नामदेव जी की कथा का आनंद माणांगे। नामदेव हर जियो बसै संग। संमत 1327 बिक्रमी ਦੀ ਕੱਤਕ ਸੁਦੀ ਏਕਮ ਐਤਵਾਰ ਦੇ ਦਿਨ ਸੂਰਜ ਚੜ੍ਹਨ ਦੇ ਵੇਲੇ ਨਾਮਦੇਵ ਜੀ ਦਾ ਜਨਮ ਹੋਇਆ ਸੀ। ਇਹ ਪਹਿਲੇ ਸੰਸਕਾਰਾਂ ਦੇ ਕਾਰਨ ਜਨਮ ਤੋਂ ਹੀ ਭਗਵਤ ਭਗਤ ਸਨ। ਨਾਮਦੇਵ ਜੀ ਦੇ ਬਜ਼ੁਰਗ ਯਦੂ ਸੇਠ ਜੀ ਮਹਾਨ ਸਰਲ ਚਿੱਤ ਦੇ ਸਦਾਚਾਰੀ ਅਤੇ ਪੰਡੂਰਪੁਰ ਦੇ ਭਗਵਾਨ ਬਿਠਲ ਦੇ ਸ਼ਰਧਾਵਾਨ ਉਪਾਸਕ ਸਨ। ਨਾਮਦੇਵ ਜੀ ਵਰਗੇ ਮਹਾਂਪੁਰਖ ਦਾ ਜਨਮ ਅਜਿਹੀ ਪਵਿੱਤਰ ਕੁਲ ਵਿੱਚ ਹੀ ਹੋਇਆ ਕਰਦਾ ਹੈ। ਮਾਤਾ ਪਿਤਾ ਹੀ ਬਾਲਕ ਦੇ ਪਹਿਲੇ ਗੁਰੂ ਹੁੰਦੇ ਹਨ। ਉਹਨਾਂ ਦੇ ਕੰਮਾਂ ਦੀ ਹੀ ਨਕਲ ਬੱਚੇ ਕੀਤਾ ਕਰਦੇ ਹਨ। ਨਾਮਦੇਵ ਜੀ ਦੇ ਮਾਤਾ ਪਿਤਾ ਭਗਵਤ ਭਗਤ ਸਨ। ਉਹ ਇਸ ਰਸ ਭਗਵਾਨ ਦੇ ਨਾਮ ਅਤੇ ਗੁਣਾਂ ਦਾ ਕੀਰਤਨ ਕੀਤਾ ਕਰਦੇ ਸਨ। ਨਾਮਦੇਵ ਜੀ ਵੀ ਉਹਨਾਂ ਤੋਂ ਭਗਵਤ ਨਾਮ ਸੁਣ ਕੇ ਭਗਵਤ ਨਾਮ ਸੁਣ ਕੇ ਉਹੀ ਸਿੱਖਣ ਲੱਗੇ। ਵਿਠੁਲ ਜੀ ਦੀ ਮੂਰਤ, ਵਿਠੁਲ ਜੀ ਦਾ ਨਾਮ, ਵਿਠੁਲ ਜੀ ਦਾ ਜੈ ਜੈਕਾਰ ਅਤੇ ਵਿਠੁਲ ਜੀ ਦੀ ਪੰਡਰੀ ਨਗਰੀ ਦੇ ਲਗਾਤਾਰ ਸ਼ਰਵਣ ਮਨਨ ਅਤੇ ਨਿਯਮਾਸਨ ਕਰਕੇ ਨਾਮਦੇਵ ਜੀ ਵਿਠੁਲ ਦੇ ਰੂਪ ਹੋ ਗਏ ਸਨ। ਨਾਮਦੇਵ ਜੀ ਨੂੰ ਪੂਰਨ ਵਿਸ਼ਵਾਸ ਸੀ ਕਿ ਵਿਠੁਲ ਜੀ ਦੀ ਮੂਰਤ ਚੇਤਨ ਹੈ ਅਤੇ ਉਹੀ ਸੱਚੇ ਭਗਵਾਨ ਹਨ। ਇੱਕ ਦਿਨ ਇਹਨਾਂ ਦੇ ਪਿਤਾ ਨੂੰ ਕਿਸੇ ਕੰਮ ਨਾਲ ਘਰ ਤੋਂ ਬਾਹਰ ਜਾਣਾ ਪਿਆ। ਉਹ ਜਾਂਦੇ ਵੇਲੇ ਵਿਠੁਲ ਭਗਵਾਨ ਦੀ ਸੇਵਾ ਪੂਜਾ ਦਾ ਭਾਰ ਨਾਮਦੇਵ ਜੀ ਨੂੰ ਸੌਂਪ ਗਏ। ਬਾਲਪਣੇ ਦੀ ਸਰਲ ਸਰਦਾ ਨਾਲ ਨਾਮਦੇਵ ਜੀ ਪੂਜਾ ਦਾ ਸਮਾਨ ਅਤੇ ਭੋਗ ਲਾਉਣ ਦੇ ਵਾਸਤੇ ਕਟੋਰੀ ਵਿੱਚ ਦੁੱਧ ਲੈ ਕੇ ਭਗਵਾਨ ਦੇ ਸਾਹਮਣੇ ਪਹੁੰਚਿਆ। ਸ਼ਾਂਤ ਚਿੱਤ ਹੋ ਕੇ ਸ਼ਰਧਾ ਨਾਲ ਭਗਵਾਨ ਦੀ ਪੂਜਾ ਸਮਾਪਤ ਕਰਕੇ ਦੁੱਧ ਦੀ ਕਟੋਰੀ ਭਗਵਾਨ ਦੇ ਸਾਹਮਣੇ ਰੱਖ ਕੇ ਉਸ ਨੂੰ ਪੀਣ ਦੇ ਵਾਸਤੇ ਭਗਵਾਨ ਨੂੰ ਕਹਿਣ ਲੱਗਾ। ਪਰ ਭਗਵਾਨ ਵੀ ਬੜੇ ਹਠੀਲੇ ਹੁੰਦੇ ਹਨ। ਬੱਚੇ ਦੀ ਸਿੱਧੀ ਸਾਦੀ ਬੇਨਤੀ ਉੱਤੇ ਉਹਨਾਂ ਨੇ ਧਿਆਨ ਹੀ ਨਾ ਦਿੱਤਾ। ਨਾਮਦੇਵ ਜੀ ਕੁਝ ਚਿਰ ਤਾਂ ਅੱਖਾਂ ਮੀਟ ਕੇ ਬੈਠੇ ਰਹੇ। ਜਦ ਅੱਖ ਖੋਲ੍ਹੀ, ਦੁੱਧ ਨੂੰ ਜਿਉਂ ਦਾ ਤਿਉਂ ਕਟੋਰੀ ਵਿੱਚ ਵੇਖਿਆ ਤਾਂ ਉਹਨਾਂ ਦੇ ਮਨ ਵਿੱਚ ਕੁਝ ਦੁੱਖ ਹੋਇਆ। ਨਾਮਦੇਵ ਜੀ ਸੋਚਣ ਲੱਗੇ ਕਿ ਮੇਰੇ ਪਾਸੋਂ ਅਜਿਹਾ ਕਿਹੜਾ ਪਾਪ ਹੋਇਆ ਹੈ ਜਿਸ ਕਰਕੇ ਮੇਰਾ ਭੇਟ ਕੀਤਾ ਹੋਇਆ ਦੁੱਧ ਭਗਵਾਨ ਨੇ ਨਹੀਂ ਪੀਤਾ। ਫਿਰ ਤਾਂ ਉਹ ਹਾੜੇ ਤਰਲੇ ਤੇ ਮਿੰਨਤਾਂ ਕਰਨ ਲੱਗੇ। ਪਰ ਜਦ ਭਗਵਾਨ ਨੇ ਕਿਸੇ ਤਰ੍ਹਾਂ ਵੀ ਦੁੱਧ ਨਾ ਪੀਤਾ ਤਾਂ ਮਨ ਨੂੰ ਬੜਾ ਹੀ ਦੁੱਖ ਹੋਇਆ। ਅੱਖਾਂ ਵਿੱਚ ਪ੍ਰੇਮ ਭਰੇ ਕ੍ਰੋਧ ਦੇ ਆਂਸੂ ਭਰ ਆਏ ਅਤੇ ਕਿਹਾ, ਹੇ ਵਿਠਲ ਨਾਥ, ਜੇਕਰ ਆਪ ਮੇਰੀ ਭੇਟ ਕੀਤੀ ਦੁੱਧ ਦੀ ਕਟੋਰੀ ਨਹੀਂ ਪੀਓਗੇ ਤਾਂ ਚੇਤੇ ਰੱਖੋ, ਮੈਂ ਵੀ ਜ਼ਿੰਦਗੀ ਭਰ ਕਦੇ ਦੁੱਧ ਨਹੀਂ ਪੀਆਂਗਾ। ਇਸ ਬਾਲ ਪ੍ਰਤਿਗਿਆ ਨੇ ਬੜਾ ਹੀ ਕੰਮ ਕੀਤਾ। ਨਾਮਦੇਵ ਨੇ ਭਗਵਾਨ ਦੀ ਮੂਰਤ ਨੂੰ ਪੱਥਰ ਦੀ ਮੂਰਤ ਨਹੀਂ ਸਮਝਿਆ ਸੀ। ਉਸ ਦੇ ਮਨ ਵਿੱਚ ਤਾਂ ਸੱਚਮੁੱਚ ਪ੍ਰਤੱਖ ਭਗਵਾਨ ਬੈਠਾ ਨਜ਼ਰ ਆ ਰਿਹਾ ਸੀ। ਅਸੀਂ ਅੱਜ ਪੂਜਾ ਕਰਨ ਵੇਲੇ ਠਾਕੁਰ ਨੂੰ ਚੇਤਨ ਨਹੀਂ ਮੰਨਦੇ, ਇਸੇ ਲਈ ਭਗਵਾਨ ਦੇ ਚੇਤਨ ਰੂਪ ਵਿੱਚ ਸਾਨੂੰ ਦਰਸ਼ਨ ਨਹੀਂ ਹੁੰਦੇ। ਨਾਮਦੇਵ ਜੀ ਨੇ ਚੇਤਨ ਮੰਨ ਕੇ ਹੱਠ ਕੀਤਾ। ਇਸੇ ਕਰਕੇ ਉਸੇ ਵੇਲੇ ਭਗਵਾਨ ਨੂੰ ਪ੍ਰਤੱਖ ਪ੍ਰਗਟ ਹੋਣਾ ਪਿਆ। ਉਸ ਦੀ ਪ੍ਰੇਮ ਪੂਰਵਕ ਸ਼ਰਧਾ ਭਗਤੀ ਵੇਖ ਕੇ ਭਗਵਾਨ ਜੀ ਪ੍ਰਗਟ ਹੋਏ। ਗੁਰਬਾਣੀ 'ਚ ਲਿਖਿਆ ਹੈ, दूध पियाए भगत घर गया, नामे हर का दर्शन पया। ਭਗਵਾਨ ਨਾਲ ਨਾਮਦੇਵ ਜੀ ਦੀ ਪੂਰੀ ਜਾਣ ਪਛਾਣ ਹੋ ਗਈ। ਹੁਣ ਉਹ ਜੋ ਕੁਝ ਵੀ ਭਗਵਾਨ ਨੂੰ ਭੇਟ ਕਰਦੇ, ਭਗਵਾਨ ਪ੍ਰਗਟ ਹੋ ਕੇ ਉਸ ਨੂੰ ਗ੍ਰਹਿਣ ਕਰਦੇ। ਇਸ ਤਰ੍ਹਾਂ ਉਸ ਦੀ ਭਗਤੀ ਦਾ ਰੰਗ ਦਿਨੋਂ ਦਿਨ ਗੂੜਾ ਹੁੰਦਾ ਗਿਆ। ਉਹ 9 ਵਰ੍ਹੇ ਦੀ ਉਮਰ ਵਿੱਚ ਹੀ ਬਾਰਕਰੀ ਦੀ ਭਗਤ ਮੰਗਲੀ ਵਿੱਚ ਬਾਲ ਭਗਤ ਪ੍ਰਸਿੱਧ ਹੋ ਗਏ।
ਇੱਕ ਵਾਰ ਦੀ ਗੱਲ ਹੈ ਕਿ ਬਾਦਸ਼ਾਹ ਨੇ ਬੁਲਾ ਕੇ ਕਿਹਾ ਭਗਤ ਜੀ ਨੂੰ, ਨਾਮਿਆ, ਮੈਂ ਸੁਣਿਆ ਹੈ ਤੂੰ ਸਾਹਿਬ ਨਾਲ ਮਿਲਿਆ ਹੋਇਆ ਹੈ, ਇਸ ਲਈ ਤੂੰ ਮੈਨੂੰ ਮਾਲਕ ਨਾਲ ਮਿਲਾ ਦਿਓ ਅਤੇ ਕਰਾਮਾਤ ਵੀ ਦਿਖਾਓ। ਅੱਗੋਂ ਨਾਮਦੇਵ ਜੀ ਨੇ ਕਿਹਾ, ਪਾਤਸ਼ਾਹ, ਮੇਰੇ ਕੋਲ ਕਰਾਮਾਤ ਹੋਵੇ ਤਾਂ ਮੈਂ ਪੇਟ ਭਰਨ ਵਾਸਤੇ ਲੋਕਾਂ ਦਾ ਧੰਦਾ ਕਿਉਂ ਕਰਾਂ? ਮੈਂ ਤਾਂ ਕੇਵਲ ਸਾਰੇ ਦਿਨ ਦੀ ਕੀਤੀ ਹੋਈ ਕਮਾਈ ਨੂੰ ਸੰਤਾਂ ਨਾਲ ਵੰਡ ਕੇ ਖਾਂਦਾ ਹਾਂ। ਉਹਨਾਂ ਦੀ ਸੰਗ ਕਰਕੇ ਹੀ ਮੇਰੀ ਦੁਨੀਆ ਉੱਤੇ ਪ੍ਰਸਿੱਧੀ ਹੋ ਰਹੀ ਹੈ ਅਤੇ ਤੁਸੀਂ ਵੀ ਮੈਨੂੰ ਬੁਲਾ ਲਿਆ ਹੈ। ਪਾਤਸ਼ਾਹ ਨੇ ਕਿਹਾ, ਚੰਗਾ ਨਾਮਦੇਵ, ਮੇਰੀ ਗਾਂ ਮਰ ਗਈ ਹੈ, ਕਿਰਪਾ ਕਰਕੇ ਜਿਵਾ ਦਿਓ ਅਤੇ ਆਪਣੇ ਘਰ ਚਲਾ ਜਾਓ। ਜੇਕਰ ਨਹੀਂ ਜਿਵਾ ਸਕਦਾ ਤਾਂ ਮੁਸਲਮਾਨ ਹੋ ਜਾਓ। ਇਹਨਾਂ ਦੋਹਾਂ ਗੱਲਾਂ ਵਿੱਚੋਂ ਇੱਕ ਪੂਰੀ ਕਰਨੀ ਪਏਗੀ। ਪੂਰੀ ਕੀਤੇ ਤੋਂ ਬਿਨਾਂ ਤੂੰ ਕਿਸੇ ਤਰ੍ਹਾਂ ਵੀ ਜਿਉਂਦਾ ਘਰ ਨਹੀਂ ਜਾ ਸਕਦਾ। ਨਾਮਦੇਵ ਨੇ ਕਿਹਾ, ਬਾਦਸ਼ਾਹ, ਕਦੇ ਮੋਏ ਪਸ਼ੂ ਵੀ ਜੀਵੇ ਹਨ? ਬਾਕੀ ਮੈਂ ਤਾਂ ਕੁਝ ਤਾਕਤ ਨਹੀਂ ਰੱਖਦਾ, ਜੋ ਰਾਮ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ। ਅੰਤ ਨੂੰ ਬਾਦਸ਼ਾਹ ਨੇ ਨਾਮਦੇਵ ਨੂੰ ਕੈਦ ਕਰ ਲਿਆ ਅਤੇ ਡੌਂਡੀ ਫਿਰਵਾ ਦਿੱਤੀ ਕਿ ਇੱਕ ਪਹਿਰ ਦੀ ਮੋਹਲਤ ਬਾਦਸ਼ਾਹ ਨੇ ਨਾਮਦੇਵ ਨੂੰ ਦਿੱਤੀ ਹੈ। ਜੇਕਰ ਇੱਕ ਪਹਿਰ ਵਿੱਚ ਗਊ ਨਾ ਜੀਵੇਗੀ ਤਾਂ ਨਾਮਦੇਵ ਨੂੰ ਸਾਰੇ ਬਾਜ਼ਾਰ ਵਿੱਚ ਕਤਲ ਕਰ ਦਿੱਤਾ ਜਾਏਗਾ। ਇਸ ਡੌਂਡੀ ਨੂੰ ਸੁਣ ਕੇ ਲੋਕੀ ਘਬਰਾ ਰਹੇ ਹਨ, ਪਰ ਨਾਮਦੇਵ ਜੀ ਸ਼ਾਂਤ ਚਿੱਤ ਨਾਲ ਬੈਠੇ ਹਰ ਕੀਰਤਨ ਕਰ ਰਹੇ ਹਨ। ਨਾਮਦੇਵ ਦੀ ਮਾਂ ਨੇ ਕਿਹਾ, ਨਾਮਿਆ, ਮੁਸਲਮਾਨ ਹੀ ਹੋ ਜਾਓ, ਮੈਨੂੰ ਜਿਉਂਦਾ ਤਾਂ ਦਿਸੇਗਾ ਤੂੰ। ਅੱਗੋਂ ਨਾਮਦੇਵ ਜੀ ਨੇ ਨਿਤੜਕ ਹੋ ਕੇ ਉੱਤਰ ਦਿੱਤਾ, ਮਾਤਾ, ਜੇ ਤੂੰ ਅਜਿਹਾ ਹੀ ਢਿੱਲ ਢਾਉਣਾ ਹੈ ਤਾਂ ਨਾ ਹਾਂ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ। ਪਿੰਡ ਪੜੈ ਤਾਂ ਉਹ ਹਰ ਗੁਣ ਗਾਏ। ਇੱਧਰ 7 ਘੜੀਆਂ ਵੱਜ ਗਈਆਂ। ਲੋਕੀ ਸੋਚਦੇ ਹਨ ਕਿ ਅੱਧੀ ਘੜੀ ਬਾਕੀ ਰਹਿ ਗਈ ਹੈ, ਚਲੋ ਨਾਮਦੇਵ ਜੀ ਛੁਡਾਉਣ ਦਾ ਕੋਈ ਉਪਰਾਲਾ ਕਰੀਏ। ਸਾਰੇ ਹਿੰਦੂ ਇਹ ਸਲਾਹ ਕਰਕੇ ਬਾਦਸ਼ਾਹ ਦੇ ਕੋਲ ਆਏ ਅਤੇ ਆ ਕੇ ਕਹਿਣ ਲੱਗੇ, ਬਾਦਸ਼ਾਹ, ਨਾਮੇ ਦੇ ਬਦਲੇ ਵਿੱਚ ਸਾਥੋਂ ਉਸ ਦੇ ਸਾਵੀਂ ਤੋਲ ਸੋਨਾ ਲੈ ਲੈ ਅਤੇ ਉਸ ਵਿਚਾਰੇ ਗਰੀਬ ਸਾਧੂ ਨੂੰ ਛੱਡ ਦਿਓ। ਬਾਦਸ਼ਾਹ ਨੇ ਕਿਹਾ, ਹਿੰਦੂਓ, ਮੈਂ ਧਰਮ ਨੂੰ ਛੱਡ ਕੇ ਦੁਨੀਆ ਇਕੱਠੀ ਕਰਨੀ ਨਹੀਂ ਚਾਹੁੰਦਾ। ਇਸ ਤਰ੍ਹਾਂ ਨਾਲ ਦੌਲਤ ਇਕੱਠੀ ਕਰਕੇ ਦੋਜ਼ਖ ਦੀ ਅੱਗ ਵਿੱਚ ਪੈਣਾ ਮੈਨੂੰ ਮਨਜ਼ੂਰ ਨਹੀਂ। ਜੇਕਰ ਨਾਮਾ ਗਊ ਨਾ ਜਿਵਾਵੇਗਾ ਤਾਂ ਉਸ ਨੂੰ ਖੂਨੀ ਹਾਥੀ ਅੱਗੇ ਸੁੱਟ ਦਿੱਤਾ ਜਾਏਗਾ। ਐਨੇ ਨੂੰ ਖੂਨੀ ਹਾਥੀ ਨੂੰ ਲੈ ਕੇ ਮਹਾਵਤ ਆ ਗਿਆ। ਸ਼ਾਹੀ ਕਾਜ਼ੀ ਦਾ ਇਸ਼ਾਰਾ ਪਾ ਕੇ ਮਹਾਵਤ ਨੇ ਹਾਥੀ ਨੂੰ ਨਾਮਦੇਵ ਵੱਲੇ ਪ੍ਰੇਰਿਆ। ਤਾਂ ਕਰੇਗਾ ਜ਼ਿੰਦ ਸੂੰਡ ਕੀ ਚੋਟ, ਨਾਮਾ ਉਬਰੈ ਹਰ ਕੀ ਓਟ। ਐਨੇ ਨੂੰ ਪਹਿਰ ਦਾ ਸਮਾਂ ਪੂਰਾ ਹੋ ਗਿਆ। ਇੱਧਰ ਨਾਮਦੇਵ ਨੂੰ ਕਤਲ ਕਰ ਦੇਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਉਧਰ ਭਗਤ ਦੇ ਪਿਆਰੇ ਭਗਵਾਨ ਜੀ ਪ੍ਰਗਟ ਹੋ ਪਏ ਅਤੇ ਉਹਨਾਂ ਨੇ ਨਾਮਦੇਵ ਦਾ ਇਸ਼ਾਰਾ ਸਮਝ ਕੇ ਮੋਈ ਹੋਈ ਗਊ ਜਿਵਾ ਦਿੱਤੀ। ਗਊ ਨੂੰ ਜਿਉਂਦਾ ਵੇਖ ਕੇ ਬਾਦਸ਼ਾਹ ਬੜਾ ਹੀ ਖੁਸ਼ ਹੋ ਗਿਆ। ਬਾਦਸ਼ਾਹ ਨੇ ਕਿਹਾ, ਨਾਮਦੇਵ, ਕੋਈ ਇਲਾਕਾ ਜਾਂ ਪਿੰਡ ਮੇਰੇ ਪਾਸੋਂ ਜਗੀਰ ਲੈ ਲਓ, ਮੈਂ ਖੁਸ਼ੀ ਨਾਲ ਦੇਣ ਨੂੰ ਤਿਆਰ ਹਾਂ। ਭਗਤ ਜੀ ਨੇ ਕਿਹਾ, ਸਾਨੂੰ ਕਿਸੇ ਦੀ ਲੋੜ ਨਹੀਂ ਹੈ। ਫਿਰ ਬਾਦਸ਼ਾਹ ਨੇ ਮਨੀਆਂ ਦਾ ਜੜਿਆ ਹੋਇਆ ਸੋਨੇ ਦਾ ਜੜਾਊ ਪਲੰਗ ਨਾਮਦੇਵ ਜੀ ਦੇ ਸਾਹਮਣੇ ਰੱਖ ਕੇ ਅਰਜ਼ ਕੀਤੀ, ਇਹ ਪਲੰਗ ਆਪਣੇ ਠਾਕੁਰ ਜੀ ਵਾਸਤੇ ਲੈ ਜਾਓ ਤਾਂ ਕਿ ਮੇਰਾ ਵੀ ਭਲਾ ਹੋ ਜਾਵੇ। ਠਾਕੁਰ ਜੀ ਦੇ ਵਾਸਤੇ ਮਿਲਿਆ ਪਲੰਗ ਨਾਮਦੇਵ ਜੀ ਨੇ ਸਿਰ ਉੱਤੇ ਚੁੱਕ ਲਿਆ ਤਾਂ ਬਾਦਸ਼ਾਹ ਨੇ ਕਿਹਾ, ਸਿਰ 'ਤੇ ਨਾ ਚੁੱਕੋ, ਮੈਂ 10-15 ਆਦਮੀ ਤੁਹਾਡੇ ਨਾਲ ਭੇਜਦਾ ਹਾਂ, ਇਹ ਤੁਹਾਨੂੰ ਪਲੰਗ ਸਮੇਤ ਘਰ ਛੱਡ ਆਉਣਗੇ। ਪਰ ਨਾਮਦੇਵ ਜੀ ਨੇ ਆਦਮੀਆਂ ਵੱਲੋਂ ਵੀ ਇਨਕਾਰ ਕਰ ਦਿੱਤਾ ਅਤੇ ਆਪ ਪਲੰਗ ਚੁੱਕ ਕੇ ਤੁਰ ਪਏ। ਜਮਨਾ ਦੇ ਕੰਢੇ 'ਤੇ ਜਾ ਕੇ ਉਹ ਸੋਨੇ ਦਾ ਜੜਾਊ ਪਲੰਗ ਠਾਕੁਰ ਜੀ ਦੇ ਅਰਪਣ ਕਰਕੇ ਨਦੀ ਵਿੱਚ ਸੁੱਟ ਦਿੱਤਾ ਅਤੇ ਆਪ ਖਾਲੀ ਹੱਥ ਘਰ ਨੂੰ ਤੁਰ ਪਏ। ਜਦ ਨਾਮਦੇਵ ਜੀ ਪਲੰਗ ਸਿਰ 'ਤੇ ਚੁੱਕ ਕੇ ਘਰ ਨੂੰ ਤੁਰੇ ਸੀ ਤਾਂ ਬਾਦਸ਼ਾਹ ਨੇ ਉਹਨਾਂ ਦੇ ਮਗਰ ਆਪਣੇ ਨੌਕਰ ਇਸ ਲਈ ਭੇਜੇ ਸੀ
ਕਿ ਇਹਨਾਂ ਨੂੰ ਵੇਖ ਕੇ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰ ਲਵੇ ਤੇ ਅਣਭੁੱਲ ਵਿੱਚ ਹੀ ਕਿਸੇ ਤਰ੍ਹਾਂ ਦਾ ਦੁੱਖ ਨਾਮਦੇਵ ਨਾ ਪਾਵੇ। ਜਦ ਨਾਮਦੇਵ ਨੇ ਸੋਨੇ ਦਾ ਪਲੰਗ ਨਦੀ ਵਿੱਚ ਸੁੱਟ ਦਿੱਤਾ ਤਾਂ ਬਾਦਸ਼ਾਹ ਦੇ ਆਦਮੀਆਂ ਨੇ ਵੇਖ ਕੇ ਬਾਦਸ਼ਾਹ ਨੂੰ ਜਾ ਕੇ ਕਿਹਾ, ਜਹਾਂ ਪਨਾਹ, ਆਪਨੇ ਜੋ ਜੜਾਊ ਪਲੰਗ ਨਾਮਦੇਵ ਜੀ ਨੂੰ ਦਿੱਤਾ ਸੀ ਉਹ ਉਸਨੇ ਜਮਨਾ ਦੇ ਦਰਿਆ ਵਿੱਚ ਸੁੱਟ ਦਿੱਤਾ ਹੈ। ਇਹ ਸੁਣ ਕੇ ਬਾਦਸ਼ਾਹ ਨੂੰ ਬੜੀ ਪਚੀਤੀ ਲੱਗੀ ਅਤੇ ਸੋਚਣ ਲੱਗਾ, ਮੈਂ ਇਹ ਕਿਉਂ ਦਿੱਤਾ? ਜੇ ਉਸਨੇ ਘਰ ਲਿਜਾਣਾ ਹੀ ਨਹੀਂ ਸੀ ਤਾਂ ਉਹ ਇੱਥੋਂ ਹੀ ਕਿਉਂ ਲੈ ਗਿਆ? ਬਾਦਸ਼ਾਹ ਨੇ ਚਿੰਤਾਤੁਰ ਹੋ ਕੇ ਹੁਕਮ ਕੀਤਾ, ਨਾਮਦੇਵ ਨੂੰ ਹਾਜ਼ਰ ਕਰੋ। ਨੌਕਰ ਨੇ ਜਾ ਕੇ ਨਾਮਦੇਵ ਨੂੰ ਕਿਹਾ, ਤੁਹਾਨੂੰ ਬਾਦਸ਼ਾਹ ਸਲਾਮਤ ਯਾਦ ਕਰਦੇ ਹਨ। ਨਾਮਦੇਵ ਜੀ ਬਾਦਸ਼ਾਹ ਦੇ ਕੋਲ ਆਏ ਅਤੇ ਪੁੱਛਿਆ, ਸਾਨੂੰ ਕਿਉਂ ਯਾਦ ਕੀਤਾ ਹੈ? ਬਾਦਸ਼ਾਹ ਨੇ ਕਿਹਾ, ਜਿਹੜਾ ਸੁਨਹਿਰੀ ਪਲੰਗ ਆਪ ਲੈ ਗਏ ਹੋ ਉਹ ਜਰਾ ਇੱਥੇ ਲਿਆਓ ਤਾਂ ਕਿ ਉਹ ਸੁਨਿਆਰਿਆਂ ਨੂੰ ਵਿਖਾ ਦਿੱਤਾ ਜਾਏ। ਉਸੇ ਨਮੂਨੇ ਦਾ ਇੱਕ ਹੋਰ ਬਣਵਾਉਣਾ ਹੈ। ਨਾਮਦੇਵ ਨੇ ਕਿਹਾ, ਬਹੁਤ ਅੱਛਾ, ਪਲੰਗ ਤਾਂ ਆ ਜਾਏਗਾ ਪਰ ਤੁਹਾਨੂੰ ਨਦੀ ਦੇ ਕੰਢੇ ਤੱਕ ਚੱਲਣਾ ਪਏਗਾ। ਇਹ ਸੁਣ ਕੇ ਬਾਦਸ਼ਾਹ ਉਸੇ ਵੇਲੇ ਤੁਰ ਪਿਆ। ਦਰਿਆ ਉੱਤੇ ਜਾ ਕੇ ਨਾਮਦੇਵ ਜੀ ਨੇ ਨਦੀ ਵਿੱਚ ਵੜ ਕੇ ਸੁਨਹਿਰੀ ਜੜਾਊ ਪਲੰਗ ਚੁੱਕ ਕੇ ਬਾਹਰ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ 72 ਪਲੰਗ ਬਾਹਰ ਸੁੱਟ ਕੇ ਬਾਦਸ਼ਾਹ ਨੂੰ ਆਗਿਆ ਕੀਤੀ, ਜਿਹੜਾ ਤੇਰਾ ਪਲੰਗ ਹੈ ਉਹ ਚੁੱਕ ਲੈ। ਬਾਦਸ਼ਾਹ ਉਹਨਾਂ ਸਾਰਿਆਂ ਨੂੰ ਇੱਕੋ ਜਿਹਾ ਵੇਖ ਕੇ ਆਪਣੇ ਬੇਗਾਨੇ ਦੀ ਪਛਾਣ ਨਾ ਕਰ ਸਕਿਆ ਤਾਂ ਨਾਮਦੇਵ ਨੇ ਕਿਹਾ, ਜਿਹੜਾ ਪਲੰਗ ਬਾਦਸ਼ਾਹ ਦਾ ਹੈ ਉਹ ਬਾਹਰ ਪਿਆ ਰਹੇ, ਬਾਕੀ ਫਿਰ ਪਾਣੀ ਵਿੱਚ ਚਲੇ ਜਾਵਣ। ਇਹ ਹੁਕਮ ਹੁੰਦੇ ਹੀ ਪਲੰਗ ਉੱਡ ਕੇ ਦਰਿਆ ਵਿੱਚ ਡਿੱਗਣ ਲੱਗੇ। 10 ਪਲੰਗ ਬਾਹਰ ਰਹਿ ਗਏ ਤਾਂ ਨਾਮਦੇਵ ਨੇ ਕਿਹਾ, ਬਾਦਸ਼ਾਹ 72 ਪਲੰਗ ਹੀ ਤੇਰੇ ਸਨ ਅਤੇ ਤੈਨੂੰ ਇੱਕ ਦੇ ਬਦਲੇ ਵਿੱਚ 72 ਮਿਲਣੇ ਸਨ। ਤੂੰ ਦਾਨ ਕਰਕੇ ਮੰਗ ਲਿਆ ਹੈ, ਇਸ ਲਈ 10 ਰਹਿ ਗਏ ਹਨ, ਕਿਉਂਕਿ ਨਿਯਮ ਹੈ ਕਿ 10 ਦੁਨੀਆ ਤੇ 72 ਆਖਰ। ਇਸ ਲਈ ਹੁਣ ਤੂੰ ਇਹ 10 ਹੀ ਲੈ ਜਾਓ। ਇਹ 10 ਹੀ ਤੇਰੇ ਹਨ। ਇਹ ਵੇਖ ਕੇ ਬਾਦਸ਼ਾਹ ਹੈਰਾਨ ਹੋ ਗਿਆ। ਨਾਮਦੇਵ ਜੀ ਦਾ ਅਜਿਹਾ ਅਲੌਕਿਕ ਪ੍ਰਤਾਪ ਵੇਖ ਕੇ ਬਾਦਸ਼ਾਹ ਚਰਨਾਂ 'ਤੇ ਡਿੱਗ ਪਿਆ ਅਤੇ ਬੇਨਤੀ ਕੀਤੀ, ਭਗਤ ਜੀ ਮੈਨੂੰ ਜਮਾਂ ਦੀ ਫਾਂਸੀ ਤੋਂ ਬਚਾ ਲਓ। ਨਾਮਦੇਵ ਨੇ ਕਿਹਾ, ਬਾਦਸ਼ਾਹ ਤੂੰ ਇੱਕ ਕਿਸੇ ਸਾਧ ਸੰਤ, ਦੁਖੀ ਅਨਾਥ ਤੇ ਗਰੀਬ ਨੂੰ ਦੁੱਖ ਨਾ ਦੇਈਂ। ਬਾਦਸ਼ਾਹ ਨੇ 7 ਬਚਨ ਕਹਿ ਕੇ ਆਪ ਜੀ ਦੀ ਆਗਿਆ ਨੂੰ ਮੰਨਿਆ। ਤਾਂ ਫਿਰ ਆਪ ਜੀ ਨੇ ਕਿਹਾ, ਹੁਣ ਮੈਨੂੰ ਫੇਰ ਕਦੇ ਨਾ ਸੱਦਣਾ। ਇਹ ਕਹਿ ਕੇ ਆਪ ਤੁਰਦੇ ਹੋਏ ਬਾਦਸ਼ਾਹ ਪਾਸੋਂ ਤੁਰ ਕੇ ਆਪ ਪੰਢਾਰਪੁਰ ਨੂੰ ਚੱਲੇ ਤਾਂ ਆਪ ਨੇ ਵਿਚਾਰ ਕੀਤਾ, ਪਹਿਲੋਂ ਭਗਵਾਨ ਪਾਂਡੂਰੀ ਨਾਥ ਜੀ ਦੇ ਮੰਦਰ ਵਿੱਚ ਜਾ ਕੇ ਉਹਨਾਂ ਦਾ ਕੀਰਤਨ ਸੁਣ ਕੇ ਤੇ ਦਰਸ਼ਨ ਕਰਕੇ ਆਪਣੇ ਘਰ ਨੂੰ ਜਾਵਾਂਗਾ। ਜਦ ਆਪ ਮੰਦਰ ਦੇ ਕੋਲ ਆਏ ਤਾਂ ਆਰਤੀ ਦਾ ਸਮਾਂ ਹੋਣ ਕਰਕੇ ਮੰਦਰ ਵਿੱਚ ਬਹੁਤ ਭੀੜ ਵੇਖੀ ਤਾਂ ਸੋਚ ਆਈ ਕਿ ਬਾਹਰੋਂ ਕੋਈ ਜੁੱਤੀ ਨਾ ਲੈ ਜਾਏ। ਇਸ ਲਈ ਆਪ ਜੀ ਨੇ ਜੁੱਤੀ ਲੱਕ ਨਾਲ ਬੰਨ੍ਹ ਲਈ ਅਤੇ ਪੜਤਾਲਾਂ ਹੱਥ ਵਿੱਚ ਲੈ ਕੇ ਮੰਦਰ ਵਿੱਚ ਜਾ ਕੇ ਹਰੀ ਦਾ ਕੀਰਤਨ ਕਰਨ ਲੱਗ ਪਏ। ਕਿਸੇ ਪੰਡੇ ਨੇ ਆਪ ਜੀ ਦੇ ਲੱਕ ਨਾਲ ਬੱਧੀ ਹੋਈ ਜੁੱਤੀ ਵੇਖ ਲਈ। ਉਹ ਗੁੱਸੇ ਨਾਲ ਭਰ ਗਿਆ ਤੇ ਉਸਨੇ 5-7 ਮੁੱਕੇ ਭਗਤ ਜੀ ਨੂੰ ਮਾਰੇ ਅਤੇ ਧੱਕਦਾ ਮੰਦਰ ਤੋਂ ਬਾਹਰ ਕੱਢ ਗਿਆ। ਭਗਤ ਜੀ ਮਾਰ ਅਤੇ ਧੱਕੇ ਖਾ ਕੇ ਮੰਦਰ ਤੋਂ ਬਾਹਰ ਨਿਕਲ ਆਏ, ਪਰ ਆਪ ਜੀ ਦੇ ਮਨ ਵਿੱਚ ਰਤਾ ਭਰ ਵੀ ਕ੍ਰੋਧ ਨਾ ਆਇਆ ਅਤੇ ਨਾ ਹੀ ਕਿਸੇ ਨੂੰ ਕੁਝ ਬੁਰਾ ਭਲਾ ਕਿਹਾ। ਭਗਤ ਜਨਾਂ ਕੋ ਦਹਿਰਾ ਫਿਰੇ। ਜਦ ਪੰਡਤਾਂ ਨੇ ਮੁੱਕੇ ਧੱਕੇ ਮਾਰ ਕੇ ਨਾਮਦੇਵ ਨੂੰ ਮੰਦਰ ਤੋਂ ਬਾਹਰ ਕੱਢ ਦਿੱਤਾ ਤਾਂ ਲੈ ਕਮਲੀ ਚੱਲਿਓ ਪਲਟਾਏ, ਦੇਹਰਾ ਪਾਛੈ ਬੈਠਾ ਜਾਏ। ਆਪ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ ਅਤੇ ਬੇਨਤੀ ਕਰਨ ਲੱਗੇ, ਹੇ ਵਿਠਲ ਪ੍ਰਭੂ, ਇਹ ਤੁਸੀਂ ਚੰਗਾ ਕੀਤਾ ਹੈ, ਕਿਉਂਕਿ ਮੈਂ ਇਸੇ ਦੰਡ ਦੇ ਯੋਗ ਸਾਂ। ਤੁਹਾਡੇ ਮੰਦਰ ਦੀ ਬੇਅਦਬੀ ਕੀਤੀ, ਇਸ ਲਈ ਮੈਨੂੰ ਸਜ਼ਾ ਮਿਲਣੀ ਚਾਹੀਦੀ ਸੀ, ਸੋ ਆਪ ਜੀ ਦੀ ਇੱਛਾ ਨਾਲ ਮਿਲ ਗਈ ਹੈ। ਤੁਹਾਡੀ ਬਖਸ਼ੀ ਸਜ਼ਾ ਮੇਰੇ ਮਨ ਨੂੰ ਡਾਢੀ ਚੰਗੀ ਲੱਗੀ ਹੈ, ਪਰ ਹੁਣ ਮੇਰੀ ਬੇਨਤੀ ਕੰਨ ਦੇ ਕੇ ਸੁਣ ਲਵੋ। ਮੈਂ ਹੋਰ ਕੁਝ ਵੀ ਨਹੀਂ ਚਾਹੁੰਦਾ, ਮੇਰੇ ਲਈ ਇਹੋ ਹੀ ਜਗ੍ਹਾ ਠੀਕ ਹੈ। ਮੈਂ ਹਰ ਰੋਜ਼ ਇੱਥੇ ਹੀ ਬੈਠ ਕੇ ਤੁਹਾਡੇ ਜਸ ਰੂਪ ਪਦ ਗਾਇਆ ਕਰਾਂਗਾ।
ਤੁਸੀਂ ਉਹਨਾਂ ਨੂੰ ਸੁਣਿਆ ਕਰੋ। ਪਰ ਇੱਕ ਗੱਲ ਵਿਚਾਰ ਵਾਲੀ ਹੈ, ਹੇ ਭਗਵਾਨ, ਜੇ ਤੁਸਾਂ ਮੈਨੂੰ ਆਪਣਾ ਇੰਨਾ ਹੀ ਪ੍ਰੇਮ ਦੇਣਾ ਸੀ ਤਾਂ ਤੁਸਾਂ ਮੈਨੂੰ ਛਿੰਬੇ ਦੇ ਘਰ ਕਿਉਂ ਪੈਦਾ ਕੀਤਾ। ਇਸ ਕਰਕੇ ਗੁਰਬਾਣੀ 'ਚ ਲਿਖਿਆ ਹੈ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਇਸੇ ਨੀਚ ਜਾਤ ਵਿੱਚ ਪੈਦਾ ਹੋਣ ਕਰਕੇ ਹੀ ਮੈਨੂੰ ਪੰਡਿਆਂ ਨੇ ਬਾਹਰ ਕੱਢ ਦਿੱਤਾ ਹੈ ਨਾ। ਇਸ ਵਿੱਚ ਮੇਰਾ ਤਾਂ ਕੁਝ ਨਹੀਂ ਵਿਗੜਦਾ। ਜਰਾ ਧਿਆਨ ਦੇ ਕੇ ਸੁਣੋ ਹਾਂ ਪ੍ਰਭੂ, ਕੰਨ ਦੇ ਕੇ ਮੇਰੀ ਬੇਨਤੀ ਸੁਣੋ। ਮੋਕੋ ਤੂੰ ਨਾ ਬਿਸਾਰ, ਤੂੰ ਨਾ ਬਿਸਾਰ, ਤੂੰ ਨਾ ਬਿਸਾਰੇ ਰਾਮਈਆ, ਆਲਾਵੰਤੀ ਇਹੋ ਭ੍ਰਮ ਜੋ ਹੈ, ਮੁਝ ਉਪਰ ਸਭ ਕੋ ਪਿਲਾ। ਇਸ ਅਪੰਗ ਨੂੰ ਸੁਣਦੇ ਹੀ ਪਾਂਡਰੰਗ ਸੁਆਮੀ ਅਤਭੁਜ ਹੋ ਗਏ ਅਤੇ ਮੰਦਰ ਨੂੰ ਜੜ ਤੋਂ ਫਿਰਾ ਦਿੱਤਾ। ਅਜਿਹਾ ਫਿਰਿਆ ਮੰਦਰ ਕਿ ਪਾਂਡਿਆਂ ਵੱਲੇ ਪਿੱਠ ਅਤੇ ਨਾਮਦੇਵ ਵੱਲੇ ਮੂੰਹ ਹੋ ਗਿਆ। ਕਹਿੰਦੇ ਹਨ ਅੱਜ ਤੱਕ ਉਸ ਮੰਦਰ ਦਾ ਮੂੰਹ ਫਿਰਿਆ ਹੋਇਆ ਹੀ ਹੈ। ਮੰਦਰ ਦਾ ਫਿਰਨਾ ਵੇਖ ਕੇ ਵੇਦ ਪਾਠੀ ਪੰਡਤਾਂ ਦੇ ਮੂੰਹ ਇਸ ਤਰ੍ਹਾਂ ਫੂਕ ਹੋ ਗਏ ਜਿਵੇਂ ਮੋਤੀ ਦੀ ਆਗ ਦੂਰ ਹੋ ਜਾਏ ਤਾਂ ਉਹ ਫਿੱਕਾ ਜਿਹਾ ਹੋ ਜਾਂਦਾ ਹੈ। ਫਿਰ ਤਾਂ ਸਾਰੇ ਹੀ ਪਾਂਡੇ ਇਕੱਠੇ ਹੋ ਕੇ ਨਾਮਦੇਵ ਜੀ ਦੇ ਚਰਨੀ ਆਣ ਪਏ ਅਤੇ ਬੇਨਤੀਆਂ ਕਰ ਕਰਕੇ ਮਾਫੀਆਂ ਮੰਗਣ ਲੱਗੇ। ਨਾਮਦੇਵ ਜੀ ਨੇ ਸਭ ਨੂੰ ਹਰੀ ਨਾਮ ਦਾ ਉਪਦੇਸ਼ ਦੇ ਦਿੱਤਾ। ਸਾਰੇ ਹੀ ਆਖ ਲਈਏ, ਧੰਨ ਸਤਿਗੁਰੂ ਜਗਜੀਤ ਸਿੰਘ, ਧੰਨ ਸਤਿਗੁਰੂ ਉਦੇ ਸਿੰਘ ਜੀ ਤੇ ਧੰਨ ਧੰਨ ਭਗਤ ਨਾਮਦੇਵ ਜੀ।